ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਜੈਸਰੀ ਦੀ ਵਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ, ਜਿਹਦੇ 'ਚ ਸਲੋਕ ਸਹਿਸਕ੍ਰਿਤ ਦੇ 'ਚ ਨੇ, ਪੌੜੀਆਂ ਬ੍ਰਿਜ ਭਾਸ਼ਾ ਦੇ 'ਚ ਨੇ। ਸਲੋਕ ਦੇ ਜੋ ਮੂਲ ਭਾਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਰਣਨ ਕਰ ਦਿੱਤਾ ਹੈ। ਇਹ ਧਰਮ ਦੀ ਸਿਖਰਤਾ ਦੀ ਵਿਚਾਰ ਹੈ। ਜਿਸ ਵੀ ਕਿਸੇ ਦੇ ਅੰਦਰ ਅਦ੍ਰਿਸ਼ ਦਾ ਪ੍ਰਭਾਵ ਪੈ ਗਿਆ ਹੈ, ਦ੍ਰਿਸ਼ ਸੰਸਾਰ ਹੈ, ਅਦ੍ਰਿਸ਼ ਨਿਰੰਕਾਰ ਹੈ। ਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਬੜੀ ਸੌਖੀ ਖੇਡ ਹੈ। ਅੱਖਾਂ ਨੇ ਦੇਖਿਆ, ਪ੍ਰਭਾਵਿਤ ਹੋ ਗਏ। ਅੱਖਾਂ ਮੂਲ ਰੂਪ ਦੇ 'ਚ ਜਾਂ ਮਨੁੱਖ ਅੱਖਾਂ ਦੇ ਰਾਹੀਂ ਮੂਲ ਰੂਪ ਦੇ 'ਚ ਜਿਸ ਪ੍ਰਭਾਵ ਹੇਠ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਹੈ ਧਨ, ਪ੍ਰਭਤਾ ਤੇ ਪਰਿਵਾਰ। ਮਨੁੱਖ ਆਪਣਾ ਸਾਰਾ ਜੀਵਨ ਬਤੀਤ ਕਰਦਾ ਹੈ ਧਨ ਦੀ ਖਾਤਰ, ਪ੍ਰਭਤਾ ਦੀ ਖਾਤਰ, ਪਰਿਵਾਰ ਦੀ ਖਾਤਰ। ਜ਼ਿੰਦਗੀ ਦਾ ਹੋਰ ਕੋਈ ਤੀਸਰਾ ਲਕਸ਼ ਨਹੀਂ ਰਹਿੰਦਾ। ਐਸੇ ਹੀ ਮਨੁੱਖ ਨੂੰ ਕਹਿੰਦੇ ਨੇ ਸੰਸਾਰੀ ਹੈ। ਪ੍ਰਭਤਾ ਵੀ ਬਾਹਰੋਂ ਲੱਭਣੀ ਹੈ, ਧਨ ਵੀ ਬਾਹਰੋਂ ਲੱਭਣਾ, ਤੇ ਪਰਿਵਾਰ ਦੇ ਸੰਬੰਧ ਵੀ ਬਾਹਰੋਂ ਹੀ ਜੁੜਨਗੇ। ਜੀਵਨ ਦਾ ਲਕਸ਼ ਅਗਰ ਇਹੀ ਹੈ ਤਾਂ ਇਹ ਮਨੁੱਖ ਕਦੀ ਅੰਤਰਮੁਖੀ ਨਹੀਂ ਹੋ ਸਕਦਾ। ਜੀਵਨ ਦਾ ਲਕਸ਼ ਅਗਰ ਇਹੀ ਹੈ ਤਾਂ ਇਹ ਮਨੁੱਖ ਕਦੀ ਅਦ੍ਰਿਸ਼ ਦੀ ਖੋਜ ਨਹੀਂ ਕਰ ਸਕਦਾ। ਪਰਿਵਾਰ ਦ੍ਰਿਸ਼ਮਾਨ ਹੈ। ਪਤੀ ਦਿਖਾਈ ਦਿੰਦਾ, ਪਤਨੀ ਦਿਖਾਈ ਦਿੰਦੀ ਹੈ, ਬੱਚੇ ਦਿਖਾਈ ਦਿੰਦੇ, ਧਨ ਸੰਪਦਾ ਦਿਖਾਈ ਦਿੰਦੀ ਹੈ, ਪ੍ਰਭਤਾ ਦਿਖਾਈ ਦਿੰਦੀ ਹੈ। ਲੋਕੀ ਸਲਾਮਾਂ ਪਏ ਕਰਦੇ ਨੇ, ਲੋਕੀ ਝੁਕਦੇ ਪਏ ਨੇ, ਲੋਕੀ ਪਰਿਕਰਮਾ ਪਏ ਕਰਦੇ ਨੇ, ਤਾਂ ਪ੍ਰਭਤਾ ਦਿਖਾਈ ਦਿੰਦੀ ਹੈ। ਦ੍ਰਿਸ਼ ਜੋ ਦਿਖਾਈ ਦਿੰਦਾ ਹੈ, ਉਸ ਦੇ ਪ੍ਰਭਾਵ ਹੇਠ ਜੀ ਕੇ ਆਪਣਾ ਸਾਰਾ ਜੀਵਨ ਬਤੀਤ ਕਰਨਾ, ਐਸੇ ਹੀ ਮਨੁੱਖ ਨੂੰ ਸੰਸਾਰੀ ਕਹਿੰਦੇ ਨੇ। ਸੰਸਾਰ ਦੇ 'ਚ ਬਸ ਬਹੁਤਾਤ ਦੇ 'ਚ ਸੰਸਾਰੀ ਨੇ। ਕਦੀ ਕਦਾਈ ਕੋਈ ਇੱਕ ਅਧ ਮਨੁੱਖ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਅੱਖਾਂ ਨੇ ਵੇਖਿਆ ਤੇ ਨਹੀਂ, ਪ੍ਰਭਾਵਿਤ ਹੋ ਗਏ। ਅੱਖਾਂ ਨੇ ਦੇਖਿਆ ਤੇ ਨਹੀਂ, ਅੰਦਰ ਮੰਗ ਪੈਦਾ ਹੋ ਗਈ। ਅੱਖਾਂ ਨੇ ਵੇਖਿਆ ਤੇ ਨਹੀਂ, ਅੰਦਰ ਤੜਪ ਪੈਦਾ ਹੋ ਗਈ ਹੈ, ਪਿਆਸ ਪੈਦਾ ਹੋ ਗਈ ਹੈ। ਤੋ ਇਹ ਪਿਆਸ ਵੀ ਅੰਦਰੋਂ ਜਾਗੀ ਹੈ। ਐਸਾ ਮਨੁੱਖ ਅੰਤਰਮੁਖੀ ਹੋ ਜਾਏਗਾ, ਐਸਾ ਮਨੁੱਖ ਸੁਕੜ ਜਾਏਗਾ। ਉਹਦੇ ਮਨ ਦਾ ਫੈਲਾਓ, ਖਿੰਡਾਓ ਸਾਰਾ ਸੁਕੜ ਜਾਏਗਾ, ਸਿਮਟ ਜਾਏਗਾ, ਅੰਤਰਮੁਖੀ ਹੋ ਜਾਏਗਾ। ਫਿਰ ਮੈਂ ਅਰਜ਼ ਕਰਾਂ, ਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਆਮ ਗੱਲ ਹੈ, ਸਾਰੇ ਹੀ ਹੋ ਜਾਂਦੇ ਨੇ। ਅਦ੍ਰਿਸ਼ ਤੋਂ ਪ੍ਰਭਾਵਿਤ ਕਿਵੇਂ ਹੋਵੇਗਾ? ਸਤਸੰਗ ਦੇ 'ਚ ਪ੍ਰਭੂ ਦੀ ਗੱਲ ਸੁਣ ਸੁਣ ਕੇ, ਗੁਰੂ ਕੋਲ ਬੈਠ ਕੇ ਉਸ ਅਦ੍ਰਿਸ਼ ਦੀਆਂ ਗੱਲਾਂ ਸੁਣ ਸੁਣ ਕੇ। ਤੇ ਗੁਰੂ ਕੋਲ ਬੈਠਣਾ ਕਦੋਂ ਸਫਲ ਹੋਇਆ? ਸਫਲਤਾ ਮਿਲ ਗਈ ਹੈ, ਪਹਿਚਾਣ ਮਨ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ। ਜੋ ਦਿਖਾਈ ਨਹੀਂ ਦਿੰਦਾ, ਸੁਣ ਸੁਣ ਕੇ ਮਨ ਉਹਦੀ ਮੰਗ ਕਰਨ ਲੱਗ ਪਿਆ। ਜੋ ਦਿਖਾਈ ਤੇ ਨਹੀਂ ਦਿੰਦਾ, ਉਹਦੀ ਅੰਦਰ ਪਿਆਸ ਪੈਦਾ ਹੋ ਗਈ ਹੈ। ਹੁਣ ਇਹ ਪਿਆਸ ਤਲਾਸ਼ ਕਰਨ ਤੇ ਮਜਬੂਰ ਕਰੇਗੀ, ਲੱਭਣਾ ਹੈ।
ਮਹਾਰਾਜ ਇੱਥੇ ਕਹਿੰਦੇ ਨੇ ਦਹਿ ਦਿਸੇ, ਉਹ ਬੈਰਾਗੀ ਪੁਰਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦਾ ਹੈ, ਲੱਭਦਾ ਹੈ। ਇੱਥੋਂ ਅਸੀਂ ਸਟੇਸ਼ਨ ਜਾਣਾ ਹੋਵੇ ਤੇ ਨਵਾਂ ਬੰਦਾ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਰੇਲਵੇ ਸਟੇਸ਼ਨ ਦਾ, ਉਹ ਫਿਰ ਰਸਤਾ ਪੁੱਛਦਾ ਹੈ, ਮੈਂ ਰੇਲਵੇ ਸਟੇਸ਼ਨ 'ਤੇ ਜਾਣਾ ਹੈ, ਜ਼ਰਾ ਰਸਤਾ ਦੱਸ। ਜਿਹਦੇ ਕੋਲ ਰਸਤਾ ਪੁੱਛਦਾ ਹੈ ਉਹਦੇ ਕੋਲ ਇਹ ਨਹੀਂ ਪੁੱਛਦਾ ਤੂੰ ਮੁਸਲਮਾਨ ਹੈ, ਹਿੰਦੂ ਹੈ, ਜੈਨੀ ਹੈ, ਬੋਧੀ ਹੈ, ਕ੍ਰਿਸਚਨ ਹੈ ਕਿ ਸਿੱਖ ਹੈ। ਰਸਤਾ ਪੁੱਛਣਾ ਉਸ ਦਾ ਮੁੱਦਾ ਹੈ, ਰਸਤਾ ਪੁੱਛਣਾ ਉਸ ਦਾ ਪ੍ਰਯੋਜਨ ਹੈ। ਉਹ ਇਹ ਨਹੀਂ ਦੇਖਦਾ ਕੋਈ ਵੀ ਦੱਸੇ, ਇਹ ਨਹੀਂ ਪੁੱਛਦਾ ਮੈਂ ਕਿਸ ਦੇ ਕੋਲੋਂ ਪੁੱਛਣਾ ਹੈ। ਮੁਸਲਮਾਨ ਹੋਵੇ ਤਾਂ ਪੁੱਛਣਾ ਹੈ, ਦੂਜੇ ਕੋਲ ਨਹੀਂ। ਹਿੰਦੂ ਹੋਵੇ ਤਾਂ ਪੁੱਛਣਾ ਹੈ, ਦੂਜੇ ਕੋਲ ਨਹੀਂ। ਉੱਥੇ ਮਜ਼ਹਬ, ਜ਼ਾਤ, ਪਾਤ, ਵਰਨ, ਭੇਦ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਪੁੱਛਦਾ ਹੈ ਬਈ ਰੇਲਵੇ ਸਟੇਸ਼ਨ ਮੈਂ ਜਾਣਾ ਹੈ, ਰਸਤਾ ਦੱਸੋ। ਜਦ ਵੀ ਪਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਤਾਂ ਫਿਰ ਮਨੁੱਖ ਸੋਚਦਾ ਹੈ ਹਿੰਦੂ ਹੈ ਕਿ ਨਹੀਂ, ਤਾਂ ਪੁੱਛੀਏ। ਮੁਸਲਮਾਨ ਹੈ ਕਿ ਨਹੀਂ, ਕਿਉਂਕਿ ਮੁਸਲਮਾਨ ਕਹਿ ਦੇਗਾ ਬਾਕੀ ਤੇ ਕਾਫਰ ਨੇ ਜੋ ਇਸਲਾਮ ਨੂੰ ਨਹੀਂ ਮੰਨਦੇ, ਤੇ ਕਾਫਰ ਕੋਲੋਂ ਕਿਵੇਂ ਪੁੱਛੀਏ ਰਸਤਾ। ਇਸ ਵਾਸਤੇ ਰੇਲਵੇ ਸਟੇਸ਼ਨ ਦਾ ਰਸਤਾ ਪੁੱਛਣਾ ਹੈ, ਕਿਸੇ ਹੋਰ ਥਾਂ ਠਿਕਾਣੇ ਦਾ ਰਸਤਾ ਪੁੱਛਣਾ ਹੈ। ਰਸਤੇ ਦਾ ਕੋਈ ਝਗੜਾ ਨਹੀਂ, ਝਗੜਾ ਹੈ ਤੇ ਪਰਮਾਤਮਾ ਦੇ ਰਸਤੇ ਦਾ ਝਗੜਾ ਹੈ। ਬੜਾ ਭਾਰੀ ਝਗੜਾ ਹੈ, ਬੜਾ ਭਾਰੀ ਕਲੇਸ਼ ਹੈ। ਇਸ ਵਾਸਤੇ ਮੈਂ ਆਖਦਿਆਂ ਬਾਹਰ ਦੇ ਰਸਤਿਆਂ ਬਾਰੇ ਮਨੁੱਖ ਗਿਆਨੀ ਹੋ ਜਾਂਦਾ ਹੈ ਪੁੱਛ ਪੁੱਛ ਕੇ। ਅੰਦਰ ਦਾ ਰਸਤਾ ਜੋ ਅਦ੍ਰਿਸ਼ ਦਾ ਹੈ, ਇਹਦੇ ਬਾਰੇ ਜਨਮ ਤੋਂ ਲੈ ਕੇ ਮਰਨ ਤੱਕ ਅਗਿਆਨੀ ਹੀ ਰਹਿੰਦਾ, ਨਾ ਸਮਝ ਰਹਿੰਦਾ। ਇਤਨੀ ਹਿੰਮਤ ਨਹੀਂ ਆਉਂਦੀ ਕਿਸੇ ਕੋਲੋਂ ਵੀ ਪੁੱਛ ਲਵਾਂ। ਇਸ ਸੰਬੰਧ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਹੁਤ ਪਿਆਰ ਕਰਦੇ ਸਨ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਪਿਆਰੇ ਲੱਗਦੇ ਸਨ, ਭਾਈ ਨੰਦ ਲਾਲ। ਮਨ ਮੈਂ ਗੋਇਮ ਤੁਰਾ ਦੈਰੋ ਹਰਮ ਮੈਂ ਰਵੀ। ਮੈਂ ਨਹੀਂ ਕਹਿੰਦਾ ਤੂੰ ਕਿਸੇ ਮੰਦਰ ਦੇ 'ਚ ਜਾ, ਕਿਸੇ ਮਸਜਿਦ ਦੇ ਜਾ, ਮੈਂ ਨਹੀਂ ਕਹਿੰਦਾ, ਮੈਂ ਨਹੀਂ ਕਹਿੰਦਾ। ਭਾਈ ਨੰਦ ਲਾਲ ਜੀ ਦਾ ਇਹ ਬੋਲ ਨਾ ਹੁੰਦਾ ਫਿਰ ਮੇਰੇ ਕੋਲ ਕਹਿਣ ਦੀ ਜ਼ਰੂਰਤ ਵੀ ਨਹੀਂ ਸੀ। ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਵੀ। ਹੁਣ ਇੱਥੇ ਸ਼ਬਦ ਕੋਈ ਵੀ ਹੈ, ਕੋਈ ਵੀ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੇ ਆਪ ਵਿਚਾਰ। ਮੈਂ ਆਪਣੇ ਆਪ ਨੂੰ ਕੁਰਬਾਨ ਕਰਦਿਆਂ ਉਸ ਤੋਂ ਕੋਈ ਤੇ ਦੱਸੇ ਰਸਤਾ, ਕੋਈ। ਮਨ ਮੈਂ ਗੋਇਮ ਕੇ ਤੋਰਾ ਦੈਰੋ ਹਰਮ ਮੈਂ ਰਵੇ। ਮੈਂ ਨਹੀਂ ਕਹਿੰਦਾ ਤੈਨੂੰ ਤੂੰ ਕਿਸੇ ਮੰਦਰ ਦੀ ਤਰਫ ਜਾ, ਕਿਉਂਕਿ ਮੰਦਰ ਬਹੁਤ ਨੇ, ਬੋਧੀਆਂ ਦੇ ਮੰਦਰ, ਜੈਨੀਆਂ ਦੇ ਮੰਦਰ, ਸਨਾਤਨੀਆਂ ਦੇ ਮੰਦਰ। ਫਿਰ ਮਸਜਿਦਾਂ ਵੀ ਵੱਖ-ਵੱਖ ਨੇ, ਸ਼ੀਆਂ ਦੀ ਮਸਜਿਦ, ਸੁਨੀਆਂ ਦੀ ਮਸਜਿਦ, ਅਹਿਮਦੀਆਂ ਦੀ ਮਸਜਿਦ। ਮੁਸਲਮਾਨਾਂ ਦੇ 'ਚ ਵੀ ਇਹ ਵੰਡ ਹੈ, ਇਹ ਸ਼ੀਆਂ ਦੀ ਮਸਜਿਦ, ਇਹ ਸੁਨੀਆਂ ਦੀ ਮਸਜਿਦ, ਇਹ ਅਹਿਮਦੀਆਂ ਦੀ ਮਸਜਿਦ। ਤਿੰਨ ਫਿਰਕੇ ਤਿੰਨਾਂ ਦੇ 'ਚ ਬਹੁਤ ਵੱਡੇ ਹੋ ਗਏ ਔਰ ਤਿੰਨਾਂ ਦੀ ਆਪਸ ਵਿੱਚ ਦੁਸ਼ਮਣੀ ਵੀ ਬਣੀ। ਮੈਂ ਨਹੀਂ ਕਹਿੰਦਾ ਤੂੰ ਕਿਸੇ ਮਸਜਿਦ ਦੇ ਜਾ, ਕਿਸੇ ਦੀ ਮਸਜਿਦ ਦੇ ਜਾ,
ਤੇ ਮੈਂ ਇਹ ਵੀ ਨਹੀਂ ਕਹਿੰਦਾ ਤੂੰ ਕਿਸੇ ਦੇ ਮੰਦਰ ਦੇ 'ਚ ਜਾ। ਮਨ ਨਵੇਂ ਗੋਇਮ, ਮੈਂ ਨਹੀਂ ਕਹਿੰਦਾ। ਮਨ ਨਵੇਂ ਗੋਇਮ ਕੇ ਤੋਰਾ दैरो हरम में रवे हर जा में रवन जान बे खुदा में रवे। जिधर भी जावे जावे रब वाले पासे, परमात्मा वाले। किधर भी जावे लक्ष्य परमात्मा रखें। ਜਾਂਦੇ ਤੇ ਨੇ ਵੱਖ ਵੱਖ ਥਾਵਾਂ ਤੇ ਡੇਰਿਆਂ। ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ, ਸਾਡਾ ਤੇ ਫਲਾਣੇ ਬਾਬੇ ਨੇ ਕੰਮ ਕਰ ਦਿੱਤਾ ਹੈ, ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ। ਇਹ ਭਾਵੇਂ ਮਸਜਿਦ ਦੇ 'ਚ ਗਿਆ, ਭਾਵੇਂ ਮੰਦਰ ਦੇ 'ਚ ਗਿਆ, ਭਾਵੇਂ ਗੁਰਦੁਆਰੇ ਗਿਆ, ਇਹ ਗੁਰੂ ਦੀ ਤਰਫ ਨਹੀਂ ਗਿਆ, ਪ੍ਰਭੂ ਦੀ ਤਰਫ ਨਹੀਂ ਗਿਆ, ਕਿਸੇ ਪੀਰ ਦੀ ਤਰਫ ਗਿਆ, ਕਿਸੇ ਬਾਬੇ ਦੀ ਤਰਫ ਗਿਆ। ਇਹ ਪਰਮਾਤਮਾ ਦੀ ਤਰਫ ਨਹੀਂ ਗਿਆ। ਨੰਦ ਲਾਲ ਕਹਿੰਦੇ ਨੇ ਕਿਧਰੇ ਵੀ ਜਾ ਮੈਂ ਨਹੀਂ ਰੋਕਦਾ। ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਦੇ ਜਾ, ਫਲਾਣੇ ਮੰਦਰ ਦੇ ਜਾ। ਮਨ ਨ ਮੈਂ ਗੋਇਮ ਕੇ ਤੋਰਾ दैरो हरम में रवे हर जा में रवे जानबे खुदा में बाश। जिधर भी जावें जावें रब वाले पास। किधरे भी जा जावें परमात्मा दी तरफ। जाते ने लोग मंदिर परमात्मा दी तरफ नहीं जाते, ये भी महसूस करते। लक्ष्य कोई होर ही होर। ਜਾਂਦੇ ਨੇ ਲੋਕ ਮਸਜਿਦਾਂ ਵਿੱਚ, ਅੱਲਾ ਦੀ ਤਰਫ ਨਹੀਂ ਜਾਂਦੇ, ਨਹੀਂ ਜਾਂਦੇ। ਬਾਬਾ ਵੀ ਕਿਸੇ ਦਾ ਹੋਵੇਗਾ, ਕਿਸੇ ਦਾ ਨਹੀਂ ਹੋਵੇਗਾ। ਇਹ ਪੀਰ ਵੀ ਕਿਸੇ ਦਾ ਹੋਵੇਗਾ, ਕਿਸੇ ਦਾ ਨਹੀਂ ਹੋਵੇਗਾ। ਅੱਲਾ ਤੇ ਸਾਰਿਆਂ ਦਾ ਹੈ। ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ, ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ। ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ। ਜਦ ਵੀ ਝਗੜਾ ਆਉਂਦਾ ਹੈ ਕਿਸੇ ਪੀਰ ਫਕੀਰ ਦਾ ਆਉਂਦਾ ਹੈ, ਕਿਸੇ ਡੇਰੇ ਦਾ ਆਉਂਦਾ ਹੈ, ਕਿਸੇ ਵਿਅਕਤੀ ਦਾ ਆਉਂਦਾ ਹੈ। ਪਰਮਾਤਮਾ ਦੇ ਨਾਂ ਦਾ ਝਗੜਾ ਹੋ ਹੀ ਨਹੀਂ ਸਕਦਾ। ਕਿਉਂ? ਉਹ ਤੇ ਸਾਰਿਆਂ ਦਾ ਇੱਕ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਹਰ ਜਾ ਮੈਂ ਰਵੇ ਜਾਨਬੇ ਖੁਦਾ ਮੈਂ ਬਾਸ। ਜਿੱਧਰ ਵੀ ਤੂੰ ਜਾਵੇਂ ਜਾਵੀਂ ਰੱਬ ਵਾਲੇ ਪਾਸੇ। ਬਹੁਤ ਖੁੱਲ੍ਹਾ ਦਿਲ ਚਾਹੀਦਾ, ਬੜਾ ਖੁੱਲ੍ਹਾ ਦਿਮਾਗ ਚਾਹੀਦਾ, ਬੜੀ ਗਹਿਰੀ ਦ੍ਰਿਸ਼ਟ ਚਾਹੀਦੀ। ਇਹ ਹਰ ਮਨੁੱਖ ਦੀ ਸੋਚਣੀ ਨਹੀਂ ਹੋ ਸਕਦੀ। ਜਾਂਦੇ ਨੇ ਲੋਕ ਧਰਮ ਮੰਦਰਾਂ ਦੀ ਤਰਫ, ਲਕਸ਼ ਪਰਮਾਤਮਾ ਨਹੀਂ ਆਉਂਦਾ, ਲਕਸ਼ ਖੁਦਾ ਨਹੀਂ ਆਉਂਦਾ। ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ। ਮੈਂ ਨਹੀਂ ਕਹਿੰਦਾ ਤੂੰ ਇਸ ਮੰਦਰ ਦੇ 'ਚ ਜਾ, ਇਸ ਮੰਦਰ ਦੇ 'ਚ ਨਹੀਂ। ਤੂੰ ਇਸ ਮਸਜਿਦ ਦੇ ਜਾ, ਇਸ ਮਸਜਿਦ ਦੇ 'ਚ ਨਹੀਂ। ਹਰ ਜਾ ਮੇ ਰਵੀ, ਜਿੱਧਰ ਵੀ ਜਾਵੇਂ ਤੇਰੀ ਮਰਜ਼ੀ। ਪਰ ਜਾਨਬੇ ਖੁਦਾ ਮੇ ਬਾਸ਼। ਜਾਨਬ ਜਾਣਾ ਤੇਰਾ ਉਸ ਤਰਫ ਹੋਵੇ ਜਿੱਧਰ ਖੁਦਾ ਹੈ, ਪਰਮਾਤਮਾ। ਜਦ ਮਨੁੱਖ ਦੇ ਅੰਦਰ ਪਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ, ਖਿੱਚ ਪੈਦਾ ਹੋ ਜਾਂਦੀ ਹੈ, ਉਹ ਫਿਰ ਕਿਧਰੋਂ ਵੀ ਪਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੂੰ ਰਾਜ਼ੀ ਹੋ ਜਾਂਦਾ ਹੈ। ਔਰੰਗਜ਼ੇਬ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸ ਦੇ ਬੋਲ ਸਨ ਤੇ ਜੋ ਉਸ ਦਾ ਵਿਵਹਾਰ ਸੀ। ਬੋਲ ਕੀ ਸੀ? ਉਹਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ। ਸਰਮਦ ਕਹਿੰਦਾ ਹੈ, ਸਰਮਦ ਬਾ ਕੂਚਾ ਇਸ਼ਕ ਬਦਨਾਮ ਸ਼ੁਦੇ। ਏ ਖੁਦਾ, ਜਦ ਮੈਂ ਲੋਕਾਂ ਦੀਆਂ ਗਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ, ਮੈਂ ਫਕੀਰ ਸੀ, ਮੈਂ ਸੰਤ ਸੀ, ਲੋਕੀ ਮੈਨੂੰ ਮੰਨਦੇ ਸਨ। ਸਰਮਦ ਬਾ ਕੂਚਾ ਇਸ਼ਕ ਬਦਨਾਮ ਸੁਦੇ।
पर खुदा जिस दिन दा मैं तेरी गली दे च आया, तेरे प्रेम करके तेरे कूचे च आया, हुण चारों पासे बदनामी ही बदनामी, हुण चारों पासे तौमतां ही तौमतां ने, हुण चारों पासे इल्ज़ाम तराशियां ने। थोड़े दिन होए मैं बोल पढ़ रहा सी लाओ त्से दा, भावें 17 सफ़ियां दी ये किताब है, लंबी चौड़ी नहीं। व्याख्या लिखण वालियां ने भावें 400-500 सफ़े ला दिते ने। मूल रूप दे 16-17 सफ़े की किताब है, चीन के सब तो वड्डे संत दी। उहदे कोलों किसी ने पुछ लिया संत किहनों कहंदे ने, दो बोलां च ही जवाब दिता, जिहदे बोलां नाल जगत सहमत ना होवे ते विरोधता करे, समझ लो संत। हैरान होया मैं तो हैरान हो गया। और ये मामूली पद्धर दा संत नहीं है। सारा चीन उसका उस ढंग नाल सत्कार करता है जिमें भारत विच अवतारी पुरुष पूजे जाता है, इस तरह सन्मान करता है। सारा चीन उसका इस ढंग नाल सत्कार करता है। छोटा जिहा 17 सफ़ियां दा ਉਹਦਾ ग्रंथ, थोड़े जिहा बोल। प्रश्न भी चीन के राजे ने किया सी, सानू किस तरह पता चले ये संत है, सानू किस तरह पता चले ब्रह्म ज्ञानी है। तुसी तो यही आखोगे जिहदी बड़ी लंबी लाइन लग के पूजा होंदी है, प्रतिष्ठा होंदी है, लोकी परिक्रमा पे करते हैं, ਐਨ ट्रकों के ट्रक बसां दियां बसां भर के डेरे चलियां जांदियां, यही आखोगे। जगत भीड़ तो प्रभावित होंदा है। ते महात्मा बुद्ध कहा करते सन भीड़ दे च भेड़ां ही आउंदियां ने, भीड़ दे च मनुख नहीं आउंदे। गुस्ताखी माफ, भेड़ां ही आउंदियां। एक भेड़ जिधर जाती है सारियां भेड़ां चल पैंदियां। संत कौन है, सी किमें जानी है, किमें पहचानी है? तो लात्सोए ने कह दिता, राजन जिस नाल जगत सहमत ना होवे, सिर्फ सहमत ही नहीं विरोधता करे, सिर्फ विरोधता ही नहीं तशद्दद करे, उस ते तशद्दद करे, उन्होंने संत कहते हैं। क्या वक़्त दी हुकूमत गुरु नानक नाल सहमत होई, बाबर ने जेल दे च पा दिता सी। क्या वक़्त दा समाज सहमत होया, लोगों ने पत्थर मारे, पूतना बेताला आख्या, स्वयं बेदी सहमत ना होए। 20 रुपया बदले पिता भी खिंच के 2 थप्पड़ मारदा है। ईसा कहते होंदे सन, ਉਹਦਾ भी एक बोल थानू सुना दें। संत किहनू कहते ने, ब्रह्म ज्ञानी किहनू कहते ने, जिहड़ा अपनी बिरादरी दे च फिटकारे आ जाए, अपने शरीकां दे च फिटकारे आ जाए, जिहदे नाल अपने ही शरीक खूनी रिश्तेदार कदी सहमत ना हो, वो इंज कहता।